ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲਿਖਤ ਪੁਸਤਕ ਗੁਰਮਤਿ ਪ੍ਰਕਾਸ਼ ਦਾ ਪਾਠ 8ਵਾਂ। ਸ੍ਰੀ ਗੁਰੂ ਨਾਨਕ ਸੰਸਾਰ ਸੁਧਾਰ। ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਗਤ ਉਧਾਰ ਰੂਪੀ ਜੋ ਸੰਸਾਰ ਸੁਧਾਰ ਕੀਤਾ, ਉਸ ਦਾ ਆਦਰਸ਼ਕ ਔਜ ਬਹੁਤ ਉੱਚਾ ਅਤੇ ਉੱਚੀ ਹੂੰ ਉੱਚਾ ਅਪਾਰ ਹੈ। ਜੇਤਾ ਜਗਤ ਸੰਸਾਰ ਹੈ, ਇਸ ਵਿੱਚ ਇਸ ਆਦਰਸ਼ਕ ਸੁਧਾਰ ਦੀ ਨਜ਼ੀਰ ਮਿਲਣੀ ਇੱਕ ਅਨਹੋਣੀ ਗੱਲ ਹੈ। ਸੰਸਾਰੀ ਜੀਵਾਂ ਦੇ ਆਤਮ ਉਧਾਰ ਹੋਏ ਬਿਨਾਂ ਸੰਸਾਰ ਦਾ ਸਾਰ ਤੱਤ ਸੁਧਾਰ ਹੋਣਾ ਇੱਕ ਓਪਰੀ ਅਤੇ ਪੋਲੀ ਜਿਹੀ ਗੱਲ ਹੈ। ਸੰਸਾਰ ਵਿਖੇ ਅਨੇਕਾਂ ਅਤੇ ਅਣਗਿਣਤ ਸੋਸ਼ਲ ਰਿਫਾਰਮਰ ਹੋਏ ਅਤੇ ਸੋਸ਼ਲ ਸੁਧਾਰ ਦੀਆਂ ਬੇਅੰਤ ਸੁਸਾਇਟੀਆਂ ਕਾਇਮ ਹੋਈਆਂ, ਪਰ ਤਿੰਨਾਂ ਤੋਂ ਤਸੂ ਭਰ ਵੀ ਸੰਸਾਰ ਸੁਧਾਰ ਨਾ ਹੋਇਆ। ਦਿਖਾਵੇ ਅਤੇ ਪਰਚਾਵੇ ਮਾਤਰ ਤਾਂ ਬਥੇਰੇ ਨਾਮ ਤਰੀਕ ਸੰਸਾਰ ਸੁਧਾਰ ਹੋਏ, ਪਰ ਇਹ ਨਿਰੇ ਭਰਮ ਭੁਲਾਵੇ ਹੀ ਰਹੇ। ਤਤ ਪਰਮਾਰਥੀ ਕਣ ਤੋਂ ਸੁੰਝਾ ਸੁਧਾਰ, ਨਿਰਾ ਵਿਵਹਾਰ ਸੁਧਾਰ, ਸੋਸ਼ਲ ਸੁਧਾਰ ਜਾਂ ਮੋਰਲ ਸੁਧਾਰ ਇੱਕ ਫੋਕਟ ਅਤੇ ਥੋਥਰ ਤੁਕ ਸੁਧਾਰ ਹੈ, ਜੋ ਸਿਰੇ ਨਹੀਂ ਚੜ੍ਹਦਾ, ਨਾ ਉਸ ਤੋਂ ਕੁਛ ਸੌਰਦਾ ਹੈ। ਆਤਮ ਕਣੀ ਤੋਂ ਸੁੰਝੇ ਅਤੇ ਤਤ ਪਰਮਾਰਥਾਂ ਤੋਂ ਘੁੱਥੇ ਰਿਫਾਰਮਰ ਨਿਰਾ ਨੀਰ ਹੀ ਵਿਰੋਲਦੇ ਰਹਿ ਜਾਂਦੇ ਹਨ। ਤਿੰਨਾਂ ਦਾ ਸੋਸ਼ਲ ਸੁਧਾਰ ਵਾਲਾ ਚਾਉ ਹਉਮੈ ਤੋਂ ਉਪੰਨਾ ਹੀ ਹੁੰਦਾ ਹੈ ਅਤੇ ਹਉਮੈ ਵਿੱਚ ਹੀ ਜਾਏ ਸਮਾਉਂਦਾ ਹੈ। ਹਉਮੈ ਨੂੰ ਆਪੇ ਨੂੰ ਪ੍ਰਬੋਧੇ ਬਿਨਾਂ, ਅਰਥਾਤ ਆਪਣਾ ਆਪ ਸੁਧਾਰੇ ਬਿਨਾਂ ਲੋਕਾਂ ਦੇ ਸੁਧਾਰ ਦੀ ਡੀਂਗ ਮਾਰਨਾ ਨਿਰਾ ਕੱਚਾ ਚਾਉ ਅਤੇ ਹੋਛੀ ਹਮਾਕਤ ਹੈ। ਹਉਮੈ ਰੂਪੀ ਰੋਗ ਵਿੱਚ ਗਰਸਿਆ ਹੋਇਆ ਸੰਸਾਰੀ ਜੀਵ ਸੰਸਾਰ ਦਾ ਕੀ ਖਾਕ ਉਧਾਰ ਕਰ ਸਕਦਾ ਹੈ? ਇਸ ਹਉਮੈ ਦੀਰਘ ਰੋਗ ਦਾ ਰੰਝਾਣਿਆ ਹੋਇਆ ਸਾਰਾ ਸੰਸਾਰ ਹੀ ਰੋਗੀ ਹੋ ਰਿਹਾ ਸੀ ਕਿ ਸੱਚੇ ਵੈਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਰੋਗੀ ਲਈ ਨਾਮ ਦਾਰੂ ਲਿਆਂਦਾ ਅਤੇ ਧੁਰ ਦਰਗਾਹੋਂ ਬਾਰਗਾਹੇ ਏਜ਼ਦੀ ਤੋਂ ਲਿਆਂਦਾ। ਹਾਂਜੀ, ਨਾਮ ਦਾਰੂ, ਨਾਮ ਅੰਮ੍ਰਿਤ, ਨਾਮ ਰੂਪੀ ਆਬੇ ਹਯਾਤ ਲਿਆਂਦਾ, ਜਿਸ ਹਯਾਤੇ ਅਬਦੀ ਬਖਸ਼ਣ ਹਾਰੇ ਅੰਮ੍ਰਿਤ ਨੂੰ ਸੁਰ ਨਰ ਮਨ ਜਨ ਲੋਚਦੇ ਰਹੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਹਾਂਜੀ, ਗੁਰੂ ਨਾਨਕ ਸਤਿਗੁਰੂ ਤੋਂ ਪਾਇਆ। ਸੋ ਅੰਮ੍ਰਿਤ ਰੂਪੀ ਦਾਰੂ ਸੱਚਾ ਵੈਦ ਗੁਰੂ ਨਾਨਕ ਸੱਚਾ ਪਾਤਸ਼ਾਹ ਹੀ ਸੰਸਾਰ ਰੋਗੀ ਵਾਸਤੇ ਲਿਆਇਆ, ਜਿਨ੍ਹਾਂ ਨੇ ਇਹ ਅੰਮ੍ਰਿਤ ਔਖਦੀ ਸੰਜੀਵਨੀ ਰੂਪ ਨਾਮ ਪਿਆਲਾ ਪੀਤਾ। ਤਿੰਨਾਂ ਦੇ, ਹਾਂਜੀ ਕੇਵਲ ਤਿੰਨਾਂ ਦੇ ਹਉਮੈ ਰੋਗ ਅਤੇ ਹਉਮੈ ਤੋਂ ਉਪੰਨੇ ਸਗਲੇ ਰੋਗ ਕੱਟੇ ਗਏ। ਤਿੰਨਾਂ ਦਾ ਆਪਾ ਪ੍ਰਬੋਧਿਆ ਗਿਆ, ਸਹੀ ਸੱਚੇ ਪਰਉਪਕਾਰੀ ਬਣੇ। ਨਾਮ ਦੁਆਰਾ ਆਪਾ ਪ੍ਰਬੋਧੇ ਬਿਨਾਂ, ਨਾਮ ਦੀ ਜੀਵਨ ਕਣੀ ਦੁਆਰਾ ਜੀਵਨ ਸੁਧਾਰੇ ਬਿਨਾਂ ਪਰ ਉਪਕਾਰ ਹੋਣਾ ਅਤੀ ਅਸੰਭਵ ਹੈ। ਅਜਿਹੇ ਜੀਵਨ ਪ੍ਰਬੋਧਕੀ ਪਰਉਪਕਾਰੀ ਜਨਾਂ ਬਾਝੋਂ ਸੰਸਾਰ ਦਾ ਸੁਧਾਰ ਕੋਈ ਨਹੀਂ ਕਰ ਸਕਦਾ। ਆਤਮ ਕਣੀ ਵਾਲੇ ਨਾਮ ਰਤੜੇ ਪਰ ਉਪਕਾਰ ਉਮਾਹੀ ਜਨ ਹੀ ਜਗਤ ਉਧਾਰ ਸੰਸਾਰ ਦਾ ਸੱਚਾ ਸੁਧਾਰ ਕਰ ਸਕਦੇ ਹਨ। ਨਾਮ ਸੂਨ ਜਨਾਂ ਦਾ ਜੇਤਾ ਵਿਵਹਾਰ ਕਾਰ ਹੈ, ਸਭ ਹਉਮੈ ਬਫਣ ਬਫਾਓ ਵਾਲਾ ਮਿਰਤਕ ਮਿਥਿਆ ਸ਼ਿੰਗਾਰ ਹੈ। ਯਥਾ ਗੁਰਵਾਕ, ਨਾਮ ਬਿਨਾ ਜੇਤਾ ਵਿਵਹਾਰ ਜਿਉ ਮਿਰਤਕ ਮਿਥਿਆ ਸ਼ਿੰਗਾਰ। ਗੌੜੀ ਮਹੱਲਾ ਪੰਜਵਾਂ। ਅਤੇ ਨਾਮ ਰਤੜੇ ਜਨਾਂ ਦੇ ਕਾਰਜ ਕਰਮ ਧਰਮ ਸਭ ਪਵਿੱਤਰ ਅਤੇ ਪਤ ਪ੍ਰਵਾਨ ਸੁਲੇਖੇ ਵਾਲੇ ਹੁੰਦੇ ਹਨ। ਗੁਰਵਾਕ, ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੋਲ ਹੈ ਹਰ ਹਰ ਰਾਮ ਨਾਮ ਹਰ ਸਾਤੇ। ਸੋਰਠ ਕੀ ਵਾਰ। ਭਰਮ ਭੁੱਲੇ ਲੋਕ ਨਾਮ ਭਜਨੀਕ ਪੁਰਖਾਂ ਦੇ ਪੁਰਖਤਵ ਨੂੰ ਸਮਝ ਹੀ ਨਹੀਂ ਸਕਦੇ। ਸੰਸਾਰ ਸੁਧਾਰ ਅਤੇ ਦੇਸ਼ ਉਪਕਾਰ ਦੇ ਠੇਕੇਦਾਰ ਬਣ ਬੈਠਣ ਵਾਲੇ ਬਫਣ ਬਫੀਣੇ ਲੋਕ ਉਦੋਂ ਤਾਈਂ ਹੀ ਦੇਸ਼ ਕੌਮ ਦਾ ਕੋਈ ਕੰਮ ਕਰਨਗੇ ਜਦੋਂ ਤਾਈਂ ਉਹਨਾਂ ਦੀ ਹਉਮੈ ਨੂੰ ਪੱਠੇ ਪੈਂਦੇ ਰਹਿਣਗੇ, ਜਦੋਂ ਤਾਈਂ ਉਹਨਾਂ ਦੀ ਮਾਨ ਮਨੌਤੀ ਹੁੰਦੀ ਰਹੇਗੀ। ਜਦੋਂ ਵੀ ਇਸ ਮਾਨ ਮਨੌਤੀ ਦੇ ਪੱਠੇ ਪੈਣੇ ਬੰਦ ਹੋ ਗਏ, ਬਸ
ਉਦੋਂ ਹੀ ਉਹਨਾਂ ਦਾ ਸੰਸਾਰ ਸੁਧਾਰ ਸੁਪਨਵਤ ਛਾਈ ਮਾਈ ਹੋ ਜਾਂਦਾ ਹੈ। ਗੁਰੂ ਨਾਨਕ ਸੰਸਾਰ ਸੁਧਾਰ ਆਦਰਸ਼ ਦੇ ਉਪਕਾਰੀ ਜਨ ਸੇਵਾ ਉਪਕਾਰ ਨੂੰ ਹੁਕਮ ਰਜ਼ਾ ਦੇ ਅਨੁਸਾਰੀ ਹੋ ਕੇ ਸੇਵਾ ਪਰਾਇਣੀ ਉਪਕਾਰ ਆਸ਼ਕ ਬਣ ਕੇ ਅਤੇ ਨਿਰਮਾਣਤਾ ਵਿੱਚ ਲੀਨ ਹੋ ਕੇ ਕਰਨਗੇ। ਯਥਾ ਗੁਰਵਾਕ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਉਹਨਾਂ ਨੂੰ ਸੰਸਾਰ ਦੀ ਉਸਤਤ ਵਡਿਆਈ ਦੇ ਗਾਹਕ ਹੋਣ ਵਾਲਾ ਚਸਕਾ ਨਹੀਂ ਹੁੰਦਾ, ਬਲਕਿ ਉਹ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ। ਦੇਵਗੰਧਾਰੀ ਮਹੱਲਾ ਚੌਥਾ। ਵਾਲੇ ਗੁਰਫੁਰਮਾਨ ਉੱਤੇ ਅਮਲ ਕਰਦੇ ਹਨ ਤਾਂ ਤੇ ਉਹਨਾਂ ਨੂੰ ਨਿਸ਼ਕਾਮ ਸੇਵਾ ਉਪਕਾਰ ਦਾ ਉਮਾਹ ਨਿਸਬਾਸਰ ਹੀ ਬਣਿਆ ਰਹਿੰਦਾ ਹੈ। ਉਹਨਾਂ ਤੋਂ ਸੁੱਤੇ ਸੁਭਾਵ ਹੀ ਜੋ ਕੰਮ ਹੁੰਦੇ ਹਨ ਸੇਵਾ ਉਪਕਾਰ ਵਾਲੇ ਹੁੰਦੇ ਹਨ ਅਤੇ ਇਸ ਸੇਵਾ ਉਪਕਾਰ ਵਿੱਚ ਹੀ ਸੰਸਾਰ ਦਾ ਉਧਾਰ ਅਤੇ ਸਭਨਾਂ ਦਾ ਸੁਧਾਰ ਹੈ। ਨਾਮ ਦੀ ਕਮਾਈ ਬਿਨਾਂ ਸੰਸਾਰ ਸੁਧਾਰ ਵਾਲੀਆਂ ਵਿਵਹਾਰ ਸੁਧਾਰ ਆਚਾਰ ਸੁਧਾਰ ਸੇਵਾ ਉਪਕਾਰ ਦੀਆਂ ਭਾਵੇਂ ਕਿਤਨੀਆਂ ਹੀ ਸਭਾ ਸੁਸਾਇਟੀਆਂ ਬਣਦੀਆਂ ਫਿਰਨ ਸਭ ਹਉਮੈ ਦਾ ਪਸਾਰਾ ਹੀ ਹੈ। ਆਤਮ ਆਨੰਦ ਦੀ ਰਸ ਜੋਤ ਕਣੀ ਤੋਂ ਸਖਣੇ ਘਟਾਂ ਵਾਲੇ ਮਾਹਣੂਆਂ ਤੋਂ ਪਰ ਸਵਾਰਥੀ ਕੰਮ ਹੋ ਹੀ ਨਹੀਂ ਸਕਦੇ, ਨਾ ਸਿਰੇ ਚੜ੍ਹ ਸਕਦੇ ਹਨ। ਨਿੱਜ ਸਵਾਰਥਾਂ ਦੇ ਧੰਦ ਬੰਦ ਵਿੱਚ ਹੀ ਨਿਸ ਦਿਨ ਲੱਥ ਪੱਥ ਰਹਿੰਦੇ ਹਨ। ਪਰ ਸਵਾਰਥ ਅਤੇ ਦੇਸ਼ ਕੌਮ ਦੀ ਸੇਵਾ ਦੀ ਸਾਂਝ ਵੀ ਉਦੋਂ ਤਾਈਂ ਰੱਖਣਗੇ ਜਦ ਤਾਈਂ ਕਿ ਉਸ ਵਿੱਚ ਉਹਨਾਂ ਦਾ ਨਿੱਜ ਸਵਾਰਥ ਬਣ ਆਵੰਦਾ ਹੈ ਅਤੇ ਜਿਤ ਦਿਨ ਉਹਨਾਂ ਦਾ ਨਿੱਜ ਸਵਾਰਥ ਨਹੀਂ ਬਣ ਆਵੰਦਾ ਤਿਤ ਦਿਨ ਕੋਈ ਨੇੜੇ ਨਹੀਂ ਢੁਕਦਾ ਅਤੇ ਪਰਉਪਕਾਰ ਦੇ ਰਾਹ ਨਹੀਂ ਜਾਂਦਾ। ਯਥਾ ਗੁਰਵਾਕ ਜੋ ਸੰਸਾਰੈ ਕੇ ਕੁਟੰਬ ਮਿੱਤਰ ਭਾਈ ਦੀਸਹਿ ਮਨ ਮੇਰੇ ਤੇ ਸਭ ਆਪਣੈ ਸੁਆਏ ਮਿਲਾਸਾ। ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੈ ਤਿਤ ਦਿਨ ਨੇੜੈ ਕੋ ਨਾ ਢੁਕਾਸਾ। ਗੌਂਡ ਮਹੱਲਾ ਚੌਥਾ। ਗੁਰੂ ਨਾਨਕ ਉਪਕਾਰ ਸੰਸਾਰ ਸੁਧਾਰ ਆਦਰਸ਼ੋਂ ਊਰੀ ਮਗਰਬੀ ਦੁਨੀਆ ਦੇ ਸਾਰੇ ਦੇਸ਼ ਆਪਸ ਵਿੱਚ ਹੀ ਖਹਿ ਮਰ ਰਹੇ ਹਨ। ਇਹਨਾਂ ਬਾਂਸ ਵਡਾਈ ਬੂਢਿਆਂ ਨੂੰ ਸੋਸ਼ਲ ਸੁਧਾਰ ਦਾ ਅਜੇ ਮੁਸ਼ਕ ਨਹੀਂ ਆਇਆ। ਆਪੋ ਆਪਣੇ ਦੇਸ਼ ਦੇ ਸੁਧਾਰ ਹੰਕਾਰ ਨਾਲ ਐਵੇਂ ਹੀ ਸੰਧੂਰੇ ਫਿਰਦੇ ਹਨ ਅਤੇ ਉਹਨਾਂ ਦੀ ਰੀਸੇ ਮਗਰਬੀ ਤਹਿਜ਼ੀਬ ਸੁਧਾਰ ਦੇ ਕੁੱਠੇ ਹੋਏ ਭਾਰਤ ਵਰਸ਼ੀ ਦੇਸ਼ ਸੇਵਾ ਦੇ ਸਵਾਂਗ ਰਚ ਖੁਆਰ ਹੋ ਰਹੇ ਹਨ। ਸਭ ਤੋਂ ਸ਼ੋਕ ਵਾਲੀ ਗੱਲ ਤਾਂ ਇਹ ਹੈ ਕਿ ਸਤਿਗੁਰੂ ਨਾਨਕ ਸਾਹਿਬ ਦੇ ਨਾਮ ਧਰੀਕ ਸਿੱਖ ਵੀ ਤਿਨਾਂ ਪਿੱਛੇ ਹੀ ਭਰਮ ਕੇ ਧੰਦ ਪਿੱਟ ਰਹੇ ਅਤੇ ਕੂੜ ਕਮਾ ਰਹੇ ਹਨ। ਕੇਵਲ ਸਤਿਗੁਰੂ ਨਾਨਕ ਦੇਵ ਦੇ ਪਰਉਪਕਾਰ ਆਦਰਸ਼ ਪੂਰਨਿਆਂ ਉੱਤੇ ਚੱਲ ਕੇ ਹੀ ਸੱਚਾ ਸੁਧਾਰ ਹੋ ਸਕਦਾ ਹੈ। ਸਭਾ ਸੁਸਾਇਟੀ ਦਾ ਸੁਧਾਰ ਸਮਝ ਲਵੋ ਚਾਹੇ ਵਿਵਹਾਰਕ ਅਤੇ ਆਚਾਰ ਦਾ ਸੁਧਾਰ ਸਮਝ ਲਵੋ। ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਸਦਵਾ ਕੇ ਇਸ ਆਦਰਸ਼ਕ ਸੁਧਾਰ ਉਪਕਾਰ ਤੋਂ ਕਿਉਂ ਵਾਂਝੇ ਹੋਏ ਹਾਂ। ਇਸ ਦਾ ਸਪਸ਼ਟ ਉੱਤਰ ਇਹ ਹੈ ਕਿ ਅਸੀਂ ਸਤਿਗੁਰੂ ਨਾਨਕ ਦੇਵ ਦੇ ਹੁਕਮਾਂ ਦੀ ਤਾਮੀਲ ਸਤਿਗੁਰੂ ਬਚਨਾਂ ਦੀ ਕਮਾਈ ਨਹੀਂ ਕਰਦੇ। ਸਤਿਗੁਰੂ ਨਾਨਕ ਸਾਹਿਬ ਦਾ ਹੁਕਮਾ ਸਿਰ ਹੁਕਮ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਇਸ ਹੁਕਮ ਨੂੰ ਅਸੀਂ ਸਤਿਗੁਰੂ ਦੇ ਸਿੱਖ ਸਦਾਵਣ ਵਾਲੇ ਸਮੂਹ ਸੱਜਣ ਕੰਨੋਂ ਮੁੱਢੀ ਮਾਰ ਛੱਡਦੇ ਹਾਂ। ਸਾਡੀ ਇਸ ਹੁਕਮ ਅੰਦਰ ਸ਼ਰਧਾ ਹੀ ਨਹੀਂ ਆਉਂਦੀ। ਜੋ ਸਿੱਖ ਬਹੁਤਾ ਵਿਦਵਾਨ ਸਦਾਉਂਦਾ ਹੈ ਅਤੇ ਮਗਰਬੀ ਸਹਿਜ ਸਿਆਣਪੀ ਸਾਇੰਸ ਫਿਲਾਸਫੀ ਦਾ ਮੁੱਠਿਆ ਹੋਇਆ ਹੈ ਸੋ ਇਸ ਨਾਮ ਪਦਾਰਥ ਤੋਂ ਬਹੁਤ ਅਸ਼ਰਧਕ ਹੈ। ਉਹ ਨਾਮ ਜਪਣ ਨੂੰ ਅਤੇ ਗੁਰਬਾਣੀ ਪੜ੍ਹਨ ਨੂੰ ਐਵੇਂ ਫਾਲਤੂ ਮੂੰਹ ਮਾਰਨਾ ਹੀ ਦੱਸਦਾ ਹੈ। ਹਾਲਾਂਕਿ ਸ੍ਰੀ ਗੁਰੂ ਸਾਹਿਬ ਦੀ ਸਮਗਰ ਬਾਣੀ ਪੁਕਾਰ ਕੇ ਤੁਕ ਅੰਦਰ ਇਹੋ ਉਪਦੇਸ਼ ਦੇ ਰਹੀ ਹੈ ਕਿ ਨਾਮ ਜਪੋ ਪਰੰਤੂ ਬਹੁਤ ਅਕਲਈਆਂ ਦੀ ਅਕਲ ਇੱਥੇ ਗੋਤਾ ਖਾ ਜਾਂਦੀ ਹੈ। ਸਾਰੀ ਬਾਣੀ ਨੂੰ ਪੜ੍ਹ ਸੁਣ ਕੇ ਐਵੇਂ ਉੱਪਰ ਦੀ ਉਲੰਘ ਜਾਂਦੇ ਹਨ। ਨਾਮ ਵਾਲੀ ਗੱਲ ਉਹਨਾਂ ਨੂੰ ਪਾਉਂਦੀ ਹੀ ਨਹੀਂ। ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਹੈ ਕਿ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਕ।
ਆਸਾ ਦੀ ਵਾਰ ਸ਼ਲੋਕ ਮਹੱਲਾ ਪਹਿਲਾ। ਉਹਨਾਂ ਨੂੰ ਇਸ ਹੁਕਮ ਉੱਤੇ ਯਕੀਨ ਨਹੀਂ, ਸ਼ਰਧਾ ਭਰੋਸਾ ਨਹੀਂ ਜੋ ਇਸ ਹੁਕਮ ਤੋਂ ਮੁਨਹਰਫ ਹਨ ਕਿ ਉਹ ਸਿੱਖ ਸਦਾਉਣ ਦੇ ਅਧਿਕਾਰੀ ਹਨ। ਗੁਰੂ ਪੰਥ ਵਿਖੇ ਜਿਤਨੇ ਵੀ ਉਪਕਾਰੀ ਯੋਧੇ ਸੂਰਮੇ ਗੁਰਮੁਖ ਜਨ ਹੋਏ ਹਨ, ਸੋ ਸਭ ਨਾਮ ਦੇ ਅਭਿਆਸੀ ਅਤੇ ਨਾਮ ਦੇ ਤੁਫੈਲ ਆਤਮ ਕਲਾ ਸੰਪੰਨ ਕਲਾਧਾਰੀ ਭਜਨੀਕ ਪੁਰਸ਼ ਹੀ ਹੋਏ ਹਨ। ਤ੍ਰਿਸ਼ਨਾ, ਬਦੀ, ਬਖੀਲੀ, ਖੁਦੀ, ਤਕੱਬਰੀ ਦੀ ਅਗਨ ਵਿੱਚ ਜਲੰਦੇ ਸੰਸਾਰ ਨੂੰ ਗੁਰੂ ਨਾਨਕ ਦੇਵ ਜੀ ਨੇ ਨਾਮ ਦੀ ਅੰਮ੍ਰਿਤ ਔਖਦੀ ਦੇ ਕੇ ਉਭਾਰਿਆ। ਜੋ ਜੋ ਸੰਸਾਰੀ ਜੰਤ ਇਸ ਨਾਮ ਦੀ ਤਾਰ ਵਿੱਚ ਪਰੋਤੇ ਗਏ, ਸੋ ਸਭ ਸੰਸਾਰੀਓਂ ਨਿਰੰਕਾਰੀ ਬਣ ਗਏ। ਐਸੇ ਨਿਰੰਕਾਰੀ ਗੁਰਮੁਖ ਜਨਾਂ ਦਾ ਪੁੰਜ ਹੀ ਸੱਚਾ ਪਰਉਪਕਾਰੀ ਬਣ ਸਕਦਾ ਹੈ। ਨਾਮ ਤਾਰ ਪਰੋਤੇ ਨਿਰੰਕਾਰੀ ਜਨਾਂ ਅੰਦਰ ਹੀ ਪਰਸਪਰ ਸੱਚੇ ਇਤਫਾਕ ਦੀ ਚੰਦਨ ਮਹਿਕ ਪ੍ਰਵੇਸ਼ ਕਰ ਸਕਦੀ ਹੈ। ਸੋ ਗੁਰੂ ਨਾਨਕ ਨਿਰੰਕਾਰੀ ਦੇ ਪਰ ਉਪਕਾਰੀ ਆਦਰਸ਼ੀ ਹੁਕਮਾਂ ਉੱਤੇ ਚੱਲਣ ਵਾਲੇ ਚਈਲੇ ਜਨਾਂ ਦਾ ਮੁੱਖ ਧਰਮ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਿਰੜਾਏ ਮੁੱਖ ਹੁਕਮ ਨਾਮ ਅੰਮ੍ਰਿਤ ਨੂੰ ਗਹਿ ਕਰਕੇ ਕਮਾਉਣ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਨਾਮ ਜਪ ਰੂਪੀ ਨਿਰਮਲ ਕਰਮ ਕਰਦਿਆਂ ਹੋਇਆਂ ਸੁੱਤੇ ਸਿੱਧ ਅਤੇ ਸਹਿਜ ਸੁਭਾਵ ਹੀ ਵਿਵਹਾਰ ਅਤੇ ਪਰਮਾਰਥ ਦੇ ਸਾਰੇ ਕਾਰਜ ਰਾਸ ਆ ਜਾਵੰਦੇ ਹਨ। ਤਾਂ ਤੇ ਗੁਰੂ ਨਾਨਕ ਸੰਸਾਰ ਸੁਧਾਰ ਦਾ ਆਦਰਸ਼ ਅਤੀ ਅਸਚਰਜ ਅਤੇ ਵਿਲੱਖਣ ਹੈ। ਨਾਮ ਸੰਗ ਵਿਵਹਾਰ ਅਭਿਆਸ ਭਜਨ ਰੂਪੀ ਵਿਵਹਾਰ ਕਰਨ ਨਾਲ ਸਾਰੇ ਕਾਰਜ ਸੰਸਾਰਕ ਅਤੇ ਪਰਮਾਰਥਕ ਸਹਿਜੇ ਹੀ ਸੌਰ ਜਾਂਦੇ ਹਨ। ਯਥਾ ਗੁਰਵਾਕ ਨਾਮ ਸੰਗ ਕੀਨੋ ਵਿਵਹਾਰ, ਨਾਮੋ ਹੀ ਇਸ ਮਨ ਕਾ ਆਧਾਰ। ਨਾਮੋ ਹੀ ਚਿਤ ਕੀਨੀ ਓਟ, ਨਾਮ ਜਪਤ ਮਿਟ ਹੈ ਪਾਪ ਕੋਟ। ਰਾਸ ਦੀ ਹਰ ਏਕੋ ਨਾਮ, ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਉ। ਨਾਮ ਹਮਾਰੇ ਜੀ ਕੀ ਰਾਸ, ਨਾਮੋ ਸੰਗੀ ਜਤ ਕਤ ਜਾਤ। ਨਾਮੋ ਹੀ ਮਨ ਲਾਗਾ ਮੀਠਾ, ਜਲ ਥਲ ਸਭ ਮੈਂ ਨਾਮੋ ਡੀਠਾ। ਨਾਮੇ ਦਰਗਹ ਮੁਖ ਉਜਲੇ, ਨਾਮੇ ਸਗਲੇ ਕੁਲ ਉਧਰੇ। ਨਾਮ ਹਮਾਰੇ ਕਾਰਜ ਸੀਧ, ਨਾਮ ਸੰਗ ਇਹ ਮਨੁਆ ਗੀਧ। ਨਾਮੇ ਹੀ ਹਮ ਨਿਰਭਉ ਭਏ, ਨਾਮੇ ਆਵਨ ਜਾਵਨ ਰਹੇ। ਗੁਰ ਪੂਰੈ ਮੇਲੇ ਗੁਣਤਾਸ, ਕਹੋ ਨਾਨਕ ਸੁਖ ਸਹਿਜ ਨਿਵਾਸ। ਗੌਂਡ ਮਹੱਲਾ ਪੰਜਵਾਂ, ਪੰਨਾ 863। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।